श्री वाहिगुरु साहिब जीओ। चढ़ी सिंह पर चंडका आजुद बल धारी, बदे दैंत अनगन वधे रन कीत मजारी। चढ़ी सिंह पर चंडका आजुद बल धारी, बदे दैंत अनगन बदे रण खेत मजारे। सतनाम श्री वाहिगुरु जी। बंधना को लोयती बंधता को देत जन, प्रीत लेत देत है प्रतीत सुख सेत है। पाओ और लेती बड़ो पर पाओ देत आप, निर्गुण पद देत गुण देख लेत है। थोड़ी जई पेट लेत जम की पेट देत, सतगुर नानक जी कर नानके तो है। हंता लेत दासन की अंग ब्रह्म देत और, मान लेत चरण में मुक्त को देत है। एक ओंकारा सतगुरु ते प्रसाद सच होई, वाहेगुरु जी की फतेह। विघ्न विनाशन सोई, वाहेगुरु जी की फतेह। विघ्न विनाशन सोई। वाहेगुरु जी का खालसा, वाहेगुरु जी की फतेह। परम सत्कार जोग गुरु रूप खालसा साध संगत जी, जितने भी माई भाई नेमी प्रेमी दूरों नेड़े चल करके महापुरखों दे पवित्र पावन अस्थान अथवा गुरु बाबा जी दे सचखंड दरबार दे विच पहुँचे हो। सतगुरां दे चरणां 'च हाज़री लवाउण वास्ते अपनी अचित विरतियां बाहरों कागर करन दी खिचल करो। भगत वशल पतत पावन दीना बंधु तिन्ने लोगां दे मालिक सांझे रहवर निरंकारी जोत श्री गुरु गोबिंद सिंह जी महाराज की पावन कथा चल रही है। पिछले प्रकारण दे विच असीं यह विचार सरवण कीती। रोज़ दी रोज़ बड़ियां जड़ियां संगतां देशां विदेशां दे विचों चल करके आनंदपुर दी पावन धरती दे उपर पहुँचिया करदियां सन। जिन्हां बड़े भागां वालियां दे मन दे अंदर कोई शंका है, कोई इहो जिहा भरम पैदा हो गया, वो फिर सतगुरु जी दे अगे बेनती करके आपो अपने मना दे बहम और शंके भी दूर करते सन। गुर सिख दे मन दे विच कोई शंका खड़ा हो गया परमार्थ दे रस्ते च। इहो जे जेड़े शंके दा फिर सरबग अंतरजामी त्रिकालदर्शी सतगुरु जी ही फिर दूर कर सकते हैं। उस समय महाराज ने अपने गुर सिखां नूं समझाउण दे लई परे दी वाण दे विच गुर सिੱਖੀ दे परथाए बहुत ही मिठे अमृत दे समान बचन सुनाए सन। जो 5 प्रकार दी सिੱਖੀ होया करदी है। पहला धंधे दी, देखा देखी दी, हिरस दी, चौथी सिदक दी ते पंजवीं भाव दी। भी जिन्हां दे मन दे विच सिदक भरोसा यकीन 16 ने पैदा हो गया, वो तो फिर अपनी बिरती नूं
ਸਦਾ ਦੇ ਲਈ ਤੇਲ ਧਾਰਾਵਤ ਇੱਕ ਰਸ ਧਾਰਨ ਕਰ ਲੈਂਦੇ ਨੇ। ਕੋਈ ਜੀਵਨ ਦੇ ਅੰਦਰ ਘਾਟ ਵਾਦ ਆ ਗਈ, ਦੁੱਖ ਸੋਖੇ ਤਾਂ ਤਕਰੀਬਨ ਬਣੇ ਹੀ ਰਹਿੰਦੇ ਹਨ। ਪਰਮਾਤਮਾ ਨੇ ਜੋ ਨੇਤ ਰਚੀ ਹੋਈ ਆ ਅਨਾਦਿ ਕਾਲ ਤੋਂ, ਜਿਹੜਾ ਵੀ ਦੁਨੀਆ ਦੇ ਵਿੱਚ ਪੈਦਾ ਹੋਇਆ, ਹਰੇਕ ਦੇ ਜਿਸਮ ਦੇ ਉੱਪਰ ਦੁੱਖ ਵੀ ਆਉਂਦੇ ਨੇ, ਸੁੱਖ ਵੀ ਆਉਂਦੇ ਹਨ। ਪਰਿਵਾਰਾਂ ਦੇ ਵਿੱਚ ਕਦੇ ਖੁਸ਼ੀਆਂ ਆ ਗਈਆਂ, ਕਦੇ ਗਮੀਆਂ ਵੀ ਪੈਦਾ ਹੋ ਜਾਂਦੀਆਂ ਹਨ। ਪਰ ਉਹਨਾਂ ਦੀ ਜਿਹੜੀ ਬਿਰਤੀ ਪਾਈ ਭਿਖਾਰੀ ਦੇ ਸਮਾਨ ਇੱਕ ਰਸ ਸਦਾ ਦੇ ਲਈ ਬਣੀ ਰਹਿੰਦੀ ਹੈ। ਉਹਨਾਂ ਨੂੰ ਕਹਿੰਦੇ ਨੇ ਸਿਦਕੀ ਗੁਰ ਸਿੱਖ। ਕੋਈ ਐਸਾ ਪਰਿਵਾਰ ਦੇ ਵਿੱਚ ਭਾਣਾ ਵਰਤ ਗਿਆ, ਉਹਨਾਂ ਦੇ ਮਨ ਦੇ ਅੰਦਰ ਕੋਈ ਇਹੋ ਜਿਹੀ ਤਰਕ ਦਲੀਲ ਨਹੀਂ ਪੈਦਾ ਹੁੰਦੀ। ਭਗਵਾਨ ਨੇ ਕੋਈ ਇਹੋ ਜਿਹੀਆਂ ਵੱਡੀਆਂ ਵੱਡੀਆਂ ਖੁਸ਼ੀਆਂ ਬਖਸ਼ ਦਿੱਤੀਆਂ ਹਨ, ਤਾਂ ਫਿਰ ਉਹ ਜ਼ਿਆਦਾ ਆਨੰਦਾਂ ਨੂੰ, ਇਹੋ ਜਿਹੀਆਂ ਖੁਸ਼ੀਆਂ ਨੂੰ ਦੇ ਕਰਕੇ ਕੋਈ ਜ਼ਿਆਦਾ ਫੁੱਲਿਆ ਵੀ ਨਹੀਂ ਕਰਦੇ ਹਨ। ਉਹਨਾਂ ਦੀ ਬਿਰਤੀ ਦੋਵਾਂ ਦੇ ਵਿੱਚ ਸਦਾ ਦੇ ਲਈ ਇੱਕ ਰਸ ਬਣੀ ਰਹਿੰਦੀ ਹੈ। ਉਹ ਸਮੇਂ ਸੰਗਤਾਂ ਨੇ ਫਿਰ ਜਿਹੜੀ ਹੈ ਇਲਾਹੀ ਦਾਤ ਖੰਡੇ ਬਾਟੇ ਦੇ ਅੰਮ੍ਰਿਤ ਦੇ ਪ੍ਰਤੀ ਵੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਅੱਗੇ ਹੱਥ ਜੋੜੇ ਸਨ। ਸੱਚੇ ਪਾਤਸ਼ਾਹੀ ਦੇ ਵਿੱਚ ਕਿਤਨੀਆਂ ਕੁ ਸ਼ਕਤੀਆਂ, ਕਿਤਨੀਆਂ ਕੁ ਤਾਕਤਾਂ ਭਰੀਆਂ ਹੋਈਆਂ ਹਨ। ਭਾਵੇਂ ਕਵੀ ਜੀ ਨੇ ਇਸ ਥਾਂ 'ਤੇ ਕਾਫੀ ਜਿਹੜੇ ਪ੍ਰਮਾਣ 100 ਸਾਖੀ ਦੇ ਵਿੱਚੋਂ ਲੈ ਕਰਕੇ ਛੰਦਾਬੰਦੀ ਦੇ ਰੂਪ ਦੇ ਵਿੱਚ ਲਿਖੇ ਹੋਏ ਹਨ। ਪਰ ਇਹਨਾਂ ਅਟਪਟੇ ਬਚਨਾਂ ਦੇ ਉੱਪਰ ਕੋਈ ਜ਼ਿਆਦਾ ਯਕੀਨ ਭਰੋਸਾ ਕਰਨਾ ਬੜਾ ਅਸੰਭਵ ਹੈ। ਅਤੇ ਜਿੱਥੇ ਕਈ ਇਹੋ ਜਿਹੀਆਂ ਪੁਰਾਤਨ ਉਦਾਹਰਣ ਪੌਰਾਣਿਕ ਇਤਿਹਾਸ ਵੀ ਇਸ ਥਾਂ 'ਤੇ ਭਾਈ ਸਾਹਿਬ ਜੀ ਨੇ ਲਿਖੇ ਹਨ। ਪਰ ਜਦੋਂ ਜਿਹੜੇ ਸਿਆਣੇ ਸ਼ਰਧਾਲੂ ਪ੍ਰੇਮੀ ਗੁਰਮੁਖ, ਚਾਹੇ ਕੋਈ ਮਾਈ ਹੈ ਚਾਹੇ ਭਾਈ ਹੈ, ਜਿਨ੍ਹਾਂ ਨੇ ਇਹ ਬਚਨ ਸਤਿਗੁਰੂ ਜੀ ਦੇ ਕੰਨਾਂ ਦੇ ਨਾਲ ਸੁਣ ਲਏ ਹਨ, ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਇਹ ਜਿਹੜਾ ਖਾਲਸਾ ਪੰਥ ਕਿਸੇ ਦੇਵੀ ਦੇਵਤੇ ਜਾਂ ਰਿਸ਼ੀ ਮੁਨੀ ਤਾਂ ਨੇ ਪੈਦਾ ਕੀਤਾ ਨਹੀਂ। ਇਹ ਤਾਂ ਸਤਿਗੁਰੂ ਜੀ ਨੇ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਦੇ ਵਿੱਚ ਹੀ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਇਹਨਾਂ ਵਚਨਾਂ ਤੋਂ ਆਪਾਂ ਨੂੰ ਆਪਣੇ ਆਪ ਹੀ ਪਤਾ ਲੱਗ ਜਾਂਦਾ ਹੈ ਵੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜੋ ਪਿਛਲੇ ਜਨਮ ਦੇ ਵਿੱਚ ਬੜੀ ਘੋਰ ਤਪੱਸਿਆ ਕੀਤੀ ਸੀ, ਉਸ ਵਕਤ ਆਪ ਜੀ ਨੂੰ ਦੁਸ਼ਟ ਦਮਨ ਦੇ ਰੂਪ ਦੇ ਵਿੱਚ ਪਰਮਾਤਮਾ ਨੇ ਸੱਦਿਆ। ਕਹਿਣ ਲੱਗੇ ਦੁਸ਼ਟ ਦਮਨ ਤੈਥੋਂ ਬਗੈਰ ਜੇ ਪ੍ਰਭ ਪਰਮ ਪੁਰਖ ਉਪਜਾਏ, ਤਿੰਨ ਤਿੰਨ ਆਪਣੇ ਰਾਹ ਚਲਾਏ। ਇਹ ਵੀ ਬਚਨ ਮਹਾਰਾਜ ਨੇ ਬਚਿੱਤਰ ਨਾਟਕ ਦੇ ਵਿੱਚ ਲਿਖੇ ਹੋਏ ਹਨ ਵੀ ਜਿਹੜੇ ਪਹਿਲੇ ਸਮੇਂ 'ਚ ਪ੍ਰਭੂ ਨੇ ਵੱਡੇ ਵੱਡੇ ਮਹਾਂਪੁਰਖ ਕੋਈ ਔਰ ਰਿਸ਼ੀ ਮੁਨੀ ਜੇ ਪ੍ਰਭ ਪਰਮ ਪੁਰਖ ਉਪਜਾਏ,
ਤਿੰਨ ਤਿੰਨ ਆਪਣੇ ਰਾਹ ਚਲਾਏ। ਉਹਨਾਂ ਨੇ ਆਪੋ ਆਪਣੇ ਜਿਹੜੇ ਮਾਰਗ, ਆਪੋ ਆਪਣੇ ਜਿਹੜੇ ਪੰਥ ਦੁਨੀਆ ਦੇ ਵਿੱਚ ਸ਼ੁਰੂ ਕਰ ਦਿੱਤੇ ਸੀ। ਸਭ ਆਪਣੀ ਆਪਣੀ ਉਹ ਰੁਝਾਨਾ ਪਾਰ ਬ੍ਰਹਮ ਕਾਹੂ ਨਾ ਪਛਾਨਾ, ਤਪ ਸਾਧਤ ਤਬ ਹਰ ਮੋਹਿ ਬੁਲਾਇਓ, ਇਮ ਕਹਿ ਕਹੇ ਲੋਕ ਪਠਾਇਓ, ਮੈਂ ਆਪਣਾ ਸੁਤ ਤੋਹੇ ਨਵਾਜਾ ਕਾਹਦੇ ਲਈ, ਪੰਥ ਪਰਚੁਰ ਕਰਵੇ ਕੋ ਸਾਜਾ। ਕਵੀ ਜੀ ਨੇ ਥੋੜ੍ਹੀ ਜਿਹੀ ਇੱਥੇ ਜਿਹੜੀ ਹੈ ਪੁਰਾਤਨ ਸਮੇਂ ਦੀ ਮਿਸਾਲ ਦੇਵਤਿਆਂ ਔਰ ਦੈਂਤਾਂ ਦੀ ਆਪਣੇ ਵੱਲੋਂ ਲਿਖੀ ਹੈ। ਇੱਥੇ ਆਦਿਕ ਪ੍ਰਸੰਗ ਪਿੱਛੇ ਆਇਆ। ਅੱਗੇ ਜਿਸ ਪ੍ਰਕਾਰ ਸਤਿਗੁਰਾਂ ਦੀ ਪਵਿੱਤਰ ਪਾਵਨ ਕਥਾ ਦੇ ਤਾਈਂ ਗ੍ਰੰਥ ਕਰਤਾ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਚਾਰਨ ਕਰਦੇ ਨੇ। ਆਪਣੇ ਮਨਾਂ ਨੂੰ ਇਕਾਗਰ ਕਰਦੇ ਹੋਏ ਆਲਸ ਤੋਂ ਸਾਵਧਾਨ ਹੋ ਕਰਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਚੜੀ ਸਿੰਘ ਪਰ ਚੰਡਕਾ ਆਯੁਧ ਬਲ ਧਾਰੀ। ਪਹਿਲੇ ਯੁੱਗਾਂ ਤੋਂ ਲੈ ਕਰਕੇ ਦੇਵਤੇ ਔਰ ਰਾਖਸ਼ਾਂ ਦੀਆਂ ਜਿਹੜੀਆਂ ਵੱਡੀਆਂ ਵੱਡੀਆਂ ਲੜਾਈਆਂ ਹੁੰਦੀਆਂ ਹੀ ਆ ਰਹੀਆਂ ਹਨ। ਅਤੇ ਜਦੋਂ ਕਿਤੇ ਦੇਵਤਿਆਂ ਦੇ ਉੱਪਰ ਰਾਕਸ਼ ਭਾਰੂ ਪੈ ਜਾਂਦੇ, ਫਿਰ ਇਹਨਾਂ ਵੱਡੇ ਵੱਡੇ ਕਸ਼ਟਾਂ ਤੋਂ ਛੁਟਕਾਰਾ ਪਾਉਣ ਦੇ ਲਈ ਕਦੇ ਬਰਮਾ ਜੀ ਨੂੰ, ਕਦੇ ਜਾ ਕਰਕੇ ਵਿਸ਼ਨੂੰ ਜੀ ਦੇ ਅੱਗੇ ਬੇਨਤੀਆਂ ਕਰਿਆ ਕਰਦੇ ਸਨ। ਉਸ ਵਕਤ ਜਦੋਂ ਦੇਵਤਿਆਂ ਦੇ ਉੱਪਰ ਇਹੋ ਜਿਹੀ ਬਹੁਤ ਵੱਡੀ ਪੀੜਾ ਪੈ ਗਈ, ਬਰਮਾ ਜੀ ਦੇ ਪ੍ਰੇਰਣ ਦੇ ਮੁਤਾਬਕ ਇਹਨਾਂ ਨੇ ਸ੍ਰੀ ਚੰਡਕਾ ਨੂੰ ਮਨ ਦੇ ਵਿੱਚ ਯਾਦ ਕੀਤਾ ਹੈ। ਬਦੀ ਦੈਂਤ ਅਨਗਨ ਬੱਧੀ ਰਨ ਖੀਤ ਮਝਾਰੀ। ਇਹਨੇ ਫਿਰ ਜਿਹੜੇ ਅਨਗਨ ਅਨੇਕਾਂ ਹੀ ਵੱਡੇ ਵੱਡੇ ਦੈਂਤ ਰਾਕਸ਼ ਚਾਰੇ ਪਾਸੇ ਧਰਤੀ ਦੇ ਉੱਪਰ ਵੱਧ ਗਏ ਸਨ। ਲੈ ਕਰਕੇ ਹਥਿਆਰ ਬੜਿਆਂ ਨੂੰ ਇਹਨੇ ਵੱਧ ਵੀ ਕਰ ਦਿੱਤਾ ਸੀ। ਢੂਮਰ ਨੈਣ ਪੂਰਬ ਹਨਿਓ ਪੁਨ ਚੰਡਰੋ ਮੁੰਡਾ। ਚੰਡਰ ਮੁੰਡਾ ਥੋਮਰ ਨੈਣ ਇਹ ਵੱਡੇ ਵੱਡੇ ਦੈਂਤ ਜਦੋਂ ਇਹਨੇ ਮਾਰ ਦਿੱਤੇ ਸਨ। ਰਕਤ ਬੀਜ ਸਨਮੁਖ ਅਰਿਓ ਬਾਜਿਓ ਵੱਡ ਖੰਡਾ। ਜਦੋਂ ਖੰਡਾ ਖੜਕਾਇਆ ਦੇਵੀ ਨੇ, ਉਸ ਸਮੇਂ ਰਕਤ ਬੀਜ ਇਹ ਫਿਰ ਸਾਰਿਆਂ ਤੋਂ ਅੱਗੇ ਹੋ ਕਰਕੇ ਦੇ ਮੈਦਾਨੇ ਜੰਗ ਦੇ ਵਿੱਚ ਅੜ ਚੁੱਕਿਆ ਸੀ। ਵੀ ਜਿੱਥੇ ਰਕਤ ਬੀਜ ਦੇ ਸਰੀਰ ਦੇ ਵਿੱਚੋਂ ਖੂਨ ਦੀਆਂ ਬੂੰਦਾਂ ਡਿੱਗਦੀਆਂ, ਉਹਨਾਂ ਬੂੰਦਾਂ ਦੇ ਵਿੱਚੋਂ ਅੱਗੇ ਪਤਾ ਨਹੀਂ ਕਿਤਨੇ ਵੱਡੇ ਵੱਡੇ ਦੈਂਤ ਪੈਦਾ ਹੋ ਜਾਂਦੇ ਸੀ। ਇਹ ਜਿਹੜਾ ਰਕਤ ਬੀਜ ਨਾਮ ਦਾ ਭਿਆਨਕ ਦੈਂਤ, ਇਹ ਵੀ ਸ੍ਰੀ ਚੰਡਕਾ ਜੀ ਦੇ ਅੱਗੇ ਆ ਕਰਕੇ ਅੜ ਗਿਆ ਹੈ। ਰਕਤ ਬੀਜ ਕੇ ਰਕਤ ਤੀ ਰਾਕਸ਼ ਸਮੁਦਾਈ। ਜਿਵੇਂ ਜਿਵੇਂ ਮਾਰਦੀ ਹੈ ਉਵੇਂ ਉਵੇਂ ਬੂੰਦਾਂ ਤੋਂ ਬੜੇ ਦੈਂਤ ਪੈਦਾ ਹੋਈ ਜਾਂਦੇ ਹਨ। ਉਪਜਤ ਤਿਉ ਤਿਉ ਹਨਤ ਹੈ ਰਨ ਭੂਮ ਗਿਰਾਈ। ਬੜੇ ਮਾਰ ਮਾਰ ਕਰਕੇ ਇਹਨੇ ਧਰਤੀ ਦੇ ਉੱਪਰ ਡੇਗ ਵੀ ਦਿੱਤੇ, ਪਰ ਫਿਰ ਵੀ ਅੱਗੇ ਤੋਂ ਅੱਗੇ ਉਸੇ ਤਰ੍ਹਾਂ ਇਹਨਾਂ ਦੀ ਗਿਣਤੀ ਬੜੀ ਵੱਧਦੀ ਜਾ ਰਹੀ ਸੀ। ਤਿਉ ਤਿਉ ਹੋਤ ਅਸੰਖ ਹੀ ਟੋਟਾ ਨਹਿ ਆਇਓ। ਟੋਟਾ ਨ ਆਇਓ, ਕੋਈ ਗਿਣਤੀ ਨਹੀਂ ਕੀਤੀ ਜਾ ਸਕਦੀ ਵੀ ਖੂਨ ਦੀਆਂ ਬੂੰਦਾਂ ਚੋਂ ਪਤਾ ਨਹੀਂ ਕਿਤਨੇ ਵੱਡੇ ਵੱਡੇ ਦੈਂਤ ਰਾਕਸ਼ ਆਪਣੇ ਆਪ ਹੀ ਪੈਦਾ ਹੋਈ ਜਾਂਦੇ ਹਨ। ਬਹੁਤ ਬਰਕ ਸੰਗਰਾਮ ਭਾ ਲੇਖਾ ਨਹਿ ਪਾਇਓ। ਹੁਣ ਚੰਡਕਾ ਨੂੰ ਜੰਗ ਕਰਦਿਆਂ ਕਰਦਿਆਂ ਪਤਾ ਨਹੀਂ ਕਿਤਨੇ ਸਾਲ ਬਤੀਤ ਹੋ ਗਏ ਸਨ। 31 ਕਰੋੜ 14 ਲੱਖ 48 ਹਜ਼ਾਰ ਤਾਂ ਮਨੂ ਜੀ ਦਾ ਜਿਹੜਾ ਟਾਈਮ ਮੰਨਿਆ ਗਿਆ, ਪਰ ਹੁਣ ਇਹਨੇ
ਜੁੱਧ ਕਰਦਿਆਂ ਪਤਾ ਨਹੀਂ ਕਿਤਨੇ ਬਰਸ ਬਤੀਤ ਕਰ ਦਿੱਤੇ ਹਨ। ਨੌਕੇ ਪਰ ਸਤ ਸੋਨ ਲੱਗ ਸੰਖਿਆ ਸਭ ਕੀਨੀ। ਜੇ ਨਾਏ ਦੇ ਉੱਪਰ 7 ਜ਼ੀਰੋਆਂ ਲਗਾ ਦਿੱਤੀਆਂ ਜਾਣ ਫੇਰੇ 9 ਕਰੋੜ ਦੀ ਜਿਹੜੀ ਗਿਣਤੀ ਬਣ ਜਾਂਦੀ ਹੈ। ਬ੍ਰਿੰਦ ਰਖੀਸੁਰ ਗਿਣਤ ਭੇ ਇਤਨੀ ਚਿਤ ਚੀਨੀ। ਦੇਖਿਆ ਵੀ ਇਹ ਤਾਂ ਕਰੋੜਾਂ ਦੀ ਗਿਣਤੀ ਵਿੱਚ ਹੋਰ ਬੜੇ ਦੈਂਤ ਪੈਦਾ ਹੋ ਗਏ ਹਨ। ਭਾਈ ਰਕਤ ਤੇ ਪੁੰਨ ਹਤੇ ਬੁੱਧ ਬੁੱਧ ਸਮ ਸੋਈ। ਪਰ ਫਿਰ ਵੀ ਇਹਨੇ ਬੜੇ ਬੜੇ ਬੇਅੰਤ ਦੈਂਤਾਂ ਦਾ ਜਿਹੜੇ ਵੀ ਇਹਦੇ ਖੂਨ ਤੋਂ ਪੈਦਾ ਹੋਏ ਸੀ ਉਹਨਾਂ ਦਾ ਨਾਸ ਕਰ ਦਿੱਤਾ ਹੈ। ਭਇਓ ਰਕਤ ਕੋ ਜਲ ਇਤੋ ਜਨ ਪਰ ਲੈ ਹੋਈ। ਜਿਵੇਂ ਮਹਾਪਰਲੋਂ ਦੇ ਟਾਈਮ ਤੇ ਚਾਰੇ ਪਾਸੇ ਜਾਲੀ ਜਲ ਫੈਲ ਜਾਂਦਾ ਹੈ, ਇਸੇ ਤਰ੍ਹਾਂ ਇਹਦੇ ਦੈਂ ਚੋਂ ਖੂਨ ਨਿਕਲ ਕੇ ਧਰਤੀ ਦੇ ਚਾਰੇ ਪਾਸੇ ਹੀ ਪਾਣੀ ਦੇ ਸਮਾਨ ਵੱਧ ਚੁੱਕਿਆ ਸੀ। ਸੋਨ ਭਈ ਸਭ ਸ੍ਰੇਸ਼ਟ ਤਬ ਤਨ ਇੰਗਤ ਨਾਹੀ। ਉਸ ਸਮੇਂ ਸਾਰੀ ਜਿਹੜੀ ਸ੍ਰੇਸ਼ਟੀ ਸੁੰਨਾ ਦੇ ਸਮਾਨ ਬਣ ਗਈ। ਜੀਵਾਂ ਦੇ ਸਰੀਰਾਂ ਦੇ ਵਿੱਚੋਂ ਜਿਹੜੀ ਇਹ ਚੇਤਨ ਕਲਾ ਨਿਕਲ ਚੁੱਕੀ ਆ। ਜਿਵੇਂ ਕਿਸੇ ਦੇ ਕੋਈ ਹੋ ਜੀ ਜ਼ਬਰਦਸਤ ਕਿਤੇ ਸੱਟ ਲੱਗ ਜੇ ਅਚਾਨਕ ਹੀ, ਉਹ ਵੀ ਸੁੰਨ ਜਾ ਹੋ ਕੇ ਧਰਤੀ ਤੇ ਡਿੱਗ ਪਏਗਾ। ਇਸੇ ਤਰ੍ਹਾਂ ਦੀ ਜਿਹੜੀ ਹਾਲਤ ਉਸ ਸਮੇਂ ਸਾਰੀ ਸ੍ਰਿਸ਼ਟੀ ਦੀ ਹੋ ਗਈ ਹੈ। ਇਸ ਪ੍ਰਕਾਰ ਪਿਖਿਅਤ ਮਨੋ ਪਾਥਰ ਜਲ ਮਾਹੀ। ਇਹੋ ਲੱਗਦਾ ਸੀ ਵੀ ਜਿਵੇਂ ਵੱਡੇ ਵੱਡੇ ਪੱਥਰਾਂ ਦੇ ਸਮਾਨ ਧਰਤੀ ਬਣ ਚੁੱਕੀ ਹੈ। ਗਨ ਗਨ ਸੰਗ ਜੋ ਚੰਡਕਾ ਇਹ ਸਮੈ ਪਲਾਈ। ਪਰ ਜਿਹੜੇ ਚੰਡਕਾਂ ਦੇ ਨਾਲ ਗਣ ਯੁੱਧ ਕਰਨ ਦੇ ਲਈ ਚੜ ਕਰਕੇ ਆਏ ਸੀ, ਕੋ ਲੜ ਕਰ ਕੋ ਬਿਨ ਲੜੀ ਨਹਿ ਠਹਿਰਨ ਪਾਈ। ਇਹਨਾਂ ਦੇ ਵਿੱਚੋਂ ਕਈ ਤਾਂ ਬਿਨਾਂ ਲੜੇ ਤੋਂ ਦੈਂਤਾਂ ਤੋਂ ਡਰਦਿਆਂ ਹੋਇਆ ਦੌੜ ਗਏ ਹਨ। ਥੋੜ੍ਹੇ ਬਹੁਤਿਆਂ ਨੇ ਕੋਈ ਮਾੜਾ ਮੋਟਾ ਇਹਨਾਂ ਦਾ ਸਾਹਮਣੇ ਹੋ ਕਰਕੇ ਮੁਕਾਬਲਾ ਕੀਤਾ ਸੀ। ਅੰਤਰ ਧਿਆਨ ਹੋਏ ਅੰਬਕਾ ਬਿੰਧਿਆਂਚਲ ਆਈ। ਉਹ ਸਮੇਂ ਜਿਹੜੀ ਅੰਬਿਕਾ ਦੇਵੀ ਇਹ ਬਿੰਧਿਆਂਚਲ ਦੇ ਪਰਬਤ ਹੈ ਜਾ ਕਰਕੇ ਦੈਂਤਾਂ ਤੋਂ ਡਰਦੀ ਹੋਈ ਵਿਚਾਰੀ ਗੁਪਤ ਹੋ ਗਈ ਹੈ। ਬਨ ਮੂਰਤ ਤਪ ਕਰਤ ਭੀ ਕਿਹ ਲਖੀ ਨਾ ਜਾਈ। ਉਹਨਾਂ ਦੈਂਤਾਂ ਨੂੰ ਕੋਈ ਨਹੀਂ ਪਤਾ ਲੱਗਿਆ ਵੀ ਇਹਨੇ ਤਾਂ ਆਪਣਾ ਰੂਪ ਬਦਲ ਲਿਆ ਹੈ। ਇੱਕ ਮੂਰਤੀ ਦੇ ਰੂਪ ਦੇ ਵਿੱਚ ਹੋ ਕਰਕੇ ਜਿਹੜੀ ਚੰਡਕ ਹੈ, ਅੰਬਿਕਾ, ਦੁਰਗਾ ਬੜੇ ਇਹਦੇ ਨਾਮ ਲੋਕਾਂ ਨੇ ਰੱਖੇ ਹੋਏ ਹਨ। ਉਹਨਾਂ ਰਾਖਸ਼ਾਂ ਤੋਂ ਡਰਦੀ ਹੋਈ ਨੇ ਆਪਣੀ ਇੱਕ ਮੂਰਤੀ ਬਦਲ ਲਈ ਸੀ। ਅਸੁਰ ਲੱਗੀ ਤਬ ਖੋਜਨੇ ਇਤ ਉਤ ਚਹਕਾਈ। ਇਹ ਵੱਡੇ ਵੱਡੇ ਦੈਂਤ ਰਾਖਸ਼ੇ ਨੂੰ ਚਾਰੇ ਪਾਸੇ ਲੱਭਣ ਲੱਗ ਪਏ ਹਨ। ਇੱਕ ਤਪਸੀ ਤਪ ਨਿਧ ਤਹਾਂ ਜਿਸ ਸਿੱਖ ਸਮੁਦਾਈ। ਹੁਣ ਜਿਹੜੀ ਵਿਚਾਰੀ ਆਪ ਹੀ ਦੈਂਤਾਂ ਤੋਂ ਡਰਦੀ ਹੋਈ ਪਹਾੜਾਂ 'ਚ ਲੁਕ ਗਈ, ਉਹ ਦੂਜੇ ਦੀ ਕੀ ਸਹਾਇਤਾ ਮਦਦ ਕਰ ਸਕਦੀ ਹੈ। ਉਸ ਸਮੇਂ ਦੈਂਤਾਂ ਨੇ ਦੇਖਿਆ ਵੀ ਇੱਕ ਰਿਸ਼ੀ ਸਾਧੂ ਮਹਾਤਮਾ ਇੱਥੇ ਬੈਠ ਕਰਕੇ ਤਪ ਕਰ ਰਹੇ ਨੇ। ਜੁਗ ਰਾਖਸ਼ ਤਿਹ ਜੋਤ ਪਤ ਭੋਜਨ ਤਬ ਲਾਗੀ। ਜਿਹੜੇ ਨਾ ਰਾਖਸ਼ਾਂ ਦੇ ਜਥੇਦਾਰ ਜਿਵੇਂ ਸੈਨਾਪਤੀ ਕਹਿ ਦਿੰਦੇ ਆ, ਜਦੋਂ ਇਹ ਚਾਰੇ ਪਾਸੇ ਪਹਾੜਾਂ ਤੇ ਇਸ ਝੰਡਕਾਂ ਨੂੰ ਲੱਭਦੇ ਫਿਰਦੇ ਹਨ। ਬੇਲ ਸੋ ਬੇਲ ਹੈ ਨਾਮ ਜਿਨਾ ਮਨ ਮਹਿ ਰਿਸ ਜਾਗੀ। ਬੇਲ ਸੋ ਬੇਲ ਇਹ ਸੀ ਦੈਂਤਾਂ ਦੇ ਸੈਨਾਪਤੀ। ਇਹਨਾਂ ਦੇ ਮਨ ਦੇ ਵਿੱਚ ਬੜਾ ਕ੍ਰੋਧ, ਬੜਾ ਗੁੱਸਾ ਵੀ ਵੱਧ ਚੁੱਕਿਆ ਸੀ। ਹਾਏ ਹਾਏ ਕਰ ਖੋਜ ਤੇ ਤ੍ਰੈ ਕਹਾਂ ਪਲਾਈ। ਉਸ ਸਮੇਂ ਹਾਏ ਹਾਏ ਕਰਦਿਆਂ ਹੋਇਆ ਇਸ ਦੁਰਗਾ ਨੂੰ ਵੱਡੇ ਵੱਡੇ ਪਰਬਤਾਂ ਤੇ ਚਾਰੇ ਪਾਸੇ ਉਹ ਲੱਭਣ ਲੱਗ ਪਏ ਨੇ। ਕੋ ਲੈ ਗਮਨਿਓ ਕਿਤ ਗਇਓ ਦੇਹ ਰਿਖੀ ਬਤਾਈ। ਉਸ ਰਿਸ਼ੀ ਨੂੰ ਪੁੱਛਣ ਲੱਗੇ ਵੀ ਤਾਂ ਇੱਥੇ ਕੋਈ ਹੋ ਜੀ ਅਵਲਤਾ ਨਹੀਂ ਦੇਖੀ। ਵੱਡੇ ਵੱਡੇ ਪਹਾੜਾਂ 'ਤੇ ਫਿਰਦੀ ਹੋਈ ਜਿਹਨੇ ਸਾਡੇ ਰਾਖਸ਼ਾਂ ਦਾ ਬੜਾ ਨੁਕਸਾਨ ਵੀ ਕਰ ਦਿੱਤਾ ਹੈ। ਰਿਸ ਤਰ ਤਪਸੀ ਤਬ ਕਹਿਓ ਕਿਉਂ ਕਰ ਬਕਵਾਦੀ। ਉਸ ਸਮੇਂ ਜਦੋਂ ਉਹ ਰਿਸ਼ੀ ਜਗੇ
ਬੜੀਆਂ ਜਿਹੀਆਂ ਗੱਲਾਂ ਬਾਤਾਂ ਇਹਨਾਂ ਦੈਂਤਾਂ ਨੇ ਕੀਤੀਆਂ। ਉਹ ਵੀ ਥੋੜਾ ਜਿਹਾ ਗੁੱਸੇ ਦੇ ਸਹਿਤ ਹੋ ਕਰਕੇ ਕਹਿਣ ਲੱਗੇ ਵੀ ਹੋ ਜਿਹਾ ਬਕਵਾਦ ਰੱਬ ਦੇ ਪਿਆਰਿਆਂ ਸਾਧੂ ਫਕੀਰਾਂ ਦੇ ਪਾਸ ਤੁਹਾਡਾ ਕਰਨਾ ਨਹੀਂ ਬਣਦਾ ਹੈ। ਸੋ ਪੂਰਨ ਸਭ ਮਹਿ ਸਦਾ ਸ਼ਕਤੀ ਵੱਡ ਆਦੀ। ਕਹਿ ਲਗੇ ਵੀ ਜਿਹੜੀ ਹੈ ਚੰਡਕਾ ਦੇਵੀ ਇੱਥੇ ਤਾਂ ਕੋਈ ਵੀ ਪਹਾੜਾਂ ਦੇ ਉੱਪਰ ਨਹੀਂ ਦੇਖੀ ਹੈ। ਤਪਸੀ ਨਾਮ ਸੋ ਮੁੰਡਤੀ ਸੁਨ ਕਰ ਮਤਵਾਰੀ। ਉਸ ਸਮੇਂ ਇਹ ਤਾਂ ਪਹਿਲਾਂ ਹੀ ਵੱਡੇ ਵੱਡੇ ਦੈਤ ਰਾਕਸ਼ ਹੰਕਾਰ ਦੇ ਨਾਲ ਕਮਲੇ ਹੋਏ ਫਿਰਦੇ ਸਨ। ਢਾਈ ਪਰੀ ਹਿਤ ਮਾਰ ਵੀ ਕਹਿ ਮਾਰੋ ਮਾਰੀ। ਇਹਨਾਂ ਦਾ ਕੋਈ ਹੋਰ ਜ਼ੋਰ ਤਾਂ ਚੱਲਿਆ ਨਹੀਂ। ਗੁੱਸੇ ਦੇ ਵਿੱਚ ਆ ਕਰਕੇ ਇਸ ਰਿਸ਼ੀ ਨੂੰ ਹੀ ਮਾਰਨ ਪੈ ਗਏ ਸਨ। ਮਨ ਮਹਿ ਮੁਨੀ ਵਿਚਾਰ ਕਰ ਕਿਆ ਕਰਹਿ ਉਪਾਈ। ਉਸ ਸਮੇਂ ਮੁਨੀ ਜੀ ਨੇ ਦੇਖਿਆ ਵੀ ਕੀ ਕੀਤਾ ਜਾਏ। ਇਹ ਤਾਂ ਹੁਣ ਮੇਰੇ ਉੱਪਰ ਵੀ ਆਪਣਾ ਹੱਥ ਉਠਾਉਣਾ ਚਾਹੁੰਦੇ ਹਨ। ਮੇਰਾ ਅਰਮਮ ਚੀਲ ਕਾ ਨਹਿ ਧਰਮ ਲੜਾਈ। ਮੇਰਾ ਔਰ ਜੋ ਆ ਮੇਰੇ ਸ਼ਿਸ਼ ਨੇ ਮੇਰੇ ਸੇਵਕਾਂ ਦਾ ਧਰਮ ਤਾਂ ਨਹੀਂ ਬਣਦਾ ਵੀ ਇਹਨਾਂ ਦੇ ਨਾਲ ਕੋਈ ਸਾਹਮਣੇ ਹੋ ਕਰਕੇ ਜੰਗ ਯੁੱਧ ਕੀਤਾ ਜਾਏ। ਅਸੀਂ ਤਾਂ ਹੁਣ ਤਪੱਸਿਆ ਕਰਦੇ ਆ ਮਨ ਦੇ ਵਿੱਚ ਬੜੀ ਸ਼ਾਂਤੀ ਧਾਰਨ ਕੀਤੀ ਹੋਈ ਹੈ। ਬ੍ਰਾਹਮਣ ਬ੍ਰਹਮ ਪਰਾਇਣਾ ਨਿਤ ਨੇਮ ਹਮਾਰਾ। ਵੀ ਜਿਵੇਂ ਜਿਹੜੇ ਬ੍ਰਾਹਮਣ ਲੋਕ ਉਹ ਇੱਕ ਬ੍ਰਹਮ ਦੇ ਹੀ ਤਤਪਰ ਰਿਹਾ ਕਰਦੇ ਹਨ। ਛੀਰ ਖਾਲ ਤੇ ਹਾਥ ਮੈਂ ਮੁਖ ਤੇ ਹੰਕਾਰਾ। ਉਹ ਸਮੇਂ ਜਦੋਂ ਰਿਸ਼ੀ ਨੇ ਦੇਖਿਆ ਵੀ ਇਹਨਾਂ ਨੇ ਹੁਣ ਜੰਗ ਯੁੱਧ ਕਰੇ ਬਗੈਰ ਤਾਂ ਟਲਣਾ ਨਹੀਂ ਹੈ। ਤੇਜ ਪੁੰਜ ਨਿਕਸਿਓ ਪੁਰਖ ਸੰਗਰਾਮ ਮਚਾਵਾ। ਉਸ ਟਾਈਮ ਤੇ ਇਹੋ ਜਿਹਾ ਤੇਜ ਇਹਨਾਂ ਨੇ ਆਪਣਾ ਪ੍ਰਗਟ ਕੀਤਾ। ਫਿਰ ਬੜਾ ਪਿਆਨ ਯੁੱਧ ਮਚਾਉਣ ਲੱਗ ਪਏ ਸਨ। ਦੁਸ਼ਟ ਦਮਨ ਮੈਂ ਸੋ ਪੁਰਖ ਗੋਬਿੰਦ ਸਿੰਘ ਹੋਵਾ। ਸੋ ਕਵੀ ਜੀ ਨੇ ਥੋੜਾ ਜਿਹਾ ਪੁਰਾਤਨ ਜਿਹੜਾ ਇਤਿਹਾਸ ਆਪਣੇ ਵੱਲੋਂ ਇਸ ਥਾਂ 'ਤੇ ਲਿਖਿਆ ਸੌ ਸਾਖੀ ਦੇ ਵਿੱਚੋਂ ਲੈ ਕਰਕੇ, ਪਰ ਸਤਿਗੁਰੂ ਜੀ ਨੇ ਕਿਤਨੇ ਪ੍ਰਮਾਣ ਕਿਤੇ ਨੇ ਵਚਨ ਕੀਤੇ ਹਨ। ਇਹ ਕਾਰਨ ਪ੍ਰਭ ਮੋਹਿ ਪਠਾਇਓ ਤਬ ਮੈਂ ਜਨਮ ਜਗਤ ਤਰ ਆਇਓ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਆਪ ਹੀ ਪਰਮਾਤਮਾ ਦੇ ਹੁਕਮ ਦੇ ਵਿੱਚ ਅਵਤਾਰ ਧਾਰਨ ਕੀਤਾ ਸੀ। ਇੱਥੇ ਕੋਈ ਖਾਲਸੇ ਪੰਥ ਦੇ ਵਿੱਚ ਦੇਵੀ ਦਾ ਲੈਣ ਦੇਣ ਤਾਂ ਹੈ ਨਹੀਂ, ਤਾਂ ਵਿਚਾਰੀ ਆਪ ਹੀ ਪਹਿਲਾਂ ਜਾਨ ਬਚਾਉਣ ਵਾਸਤੇ ਪਹਾੜਾਂ ਦੇ ਵਿੱਚ ਜਿਹੜੀ ਲੁਕਦੀ ਫਿਰਦੀ ਹੈ ਤੇ ਉਹ ਫਿਰ ਦੁਸ਼ਟ ਦਮਨ ਨੂੰ ਕੀ ਵਰਦਾਨ ਦੇ ਦੂ। ਕਿਵੇਂ ਉਹ ਇਹੋ ਜਿਹਾ ਕੋਈ ਬਲ ਜ਼ੋਰ ਬਖਸ਼ ਸਕਦੀ ਹੈ? ਇਹਦਾ ਤਾਂ ਜ਼ੋਰ ਮਾੜੇ ਮਾੜੇ ਵੱਡੇ ਵੱਡੇ ਦੈਂਤਾਂ ਰਾਖਸ਼ਾਂ ਦੇ ਉੱਪਰ ਨਹੀਂ ਚੱਲਿਆ। ਉਹਨਾਂ ਤੋਂ ਪ੍ਰਾਣ ਬਚਾਉਣ ਵਾਸਤੇ ਜਾ ਕੇ ਬਿੰਦਿਆ ਚੱਲ ਪਹਾੜ ਦੇ ਉੱਪਰ ਲੁਕ ਗਈ ਸੀ। ਇਸ ਕਰਕੇ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਦੇ ਮੁਤਾਬਕ ਹੀ ਮਹਾਰਾਜ ਨੇ ਜੋ ਬੜਾ ਤੇਜ ਪ੍ਰਤਾਪੀ ਤੀਸਰਾ ਖਾਲਸਾ ਪੰਥ ਸਾਜਿਆ ਸੀ। ਤਪਸੀ ਕੇ ਗੁਣ ਖਾਲਸਾ ਸੰਗਤ ਪਈ ਜੋਵਾ। ਉਹ ਸਮੇਂ ਜਿਹੜੇ ਰਿਸ਼ੀ ਬੈਠ ਕਰਕੇ ਪਹਾੜਾਂ ਦੇ ਉੱਪਰ ਤਪ ਕਰ ਰਹੇ ਸਨ। ਸਤਿਗੁਰ ਕੀ ਤਪ ਕੀ ਸ਼ਕਤ ਹਵੈ ਕਰ ਇਕ ਥਾਈ। ਪਰ ਖਾਲਸੇ ਦੇ ਅੰਦਰ ਇਹ ਸਤਿਗੁਰੂ ਜੀ ਦੇ ਤਪ ਦੀ ਬੜੀ ਸ਼ਕਤੀ ਭਰੀ ਹੋਈ ਹੈ। ਦੋਹਰਾ ਦਵੈ ਸ਼ਕਤੀ ਇੱਕ ਹੀ ਲਖੋ ਸਿਰਜਿਓ ਪੰਥ ਵਿਸਾਲ। ਮਹਾਰਾਜ ਨੇ ਇਹੋ ਜਿਹਾ ਬਹੁਤ ਵੱਡਾ ਤੀਸਰਾ ਜਿਹੜਾ ਖਾਲਸਾ ਪੰਥ ਕਲਯੁਗ ਦੇ ਟਾਈਮ ਦੇ ਵਿੱਚ ਸਿਰਜਿਆ ਹੈ। ਇਮ ਪਾਹੁਲ ਕੀ ਭੇਦ ਕੋ ਭਾਖਿਓ ਸਿੱਖਣ ਨਾਲ। ਉਸ ਸਮੇਂ ਸਤਿਗੁਰੂ ਜੀ ਨੇ ਇਹਨਾਂ ਬਚਨਾਂ ਦੁਆਰਾ ਗੁਰ ਸਿੱਖਾਂ ਦੇ ਜਿਹੜੇ
ਸ਼ੰਕੇ ਦੂਰ ਕੀਤੇ ਸੀ। ਜਦੋਂ ਥੋੜ੍ਹੇ ਬਹੁਤੇ ਪ੍ਰਮਾਣ ਆਪਾਂ ਸੁਣਦੇ ਹਾਂ, ਉਸ ਸਮੇਂ ਇਹ ਜਿਹੜੀ ਹਕੀਕਤ ਸਾਹਮਣੇ ਆ ਜਾਂਦੀ ਹੈ ਵੀ ਸਤਿਗੁਰੂ ਜੀ ਨੇ ਜੋ ਤੀਸਰਾ ਖਾਲਸਾ ਪੰਥ, ਇਹ ਤਾਂ ਇੱਕ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਦੇ ਮੁਤਾਬਕ ਹੀ ਜਿਹੜੇ ਧਰਮ ਚਲਾਵਨ, ਸੰਤੋ ਵਾਰਨ, ਦੁਸ਼ਟ ਸਵਨ ਕੋ ਮੂਲ ਪਾਰਨ। ਵੈਸੇ ਤਾਂ ਜੋ ਸਿੱਖ ਧਰਮ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਦੁਨੀਆ ਦੇ ਅੰਦਰ ਪ੍ਰਚਲਿਤ ਕਰ ਦਿੱਤਾ ਸੀ, ਉਸ ਟਾਈਮ 'ਤੇ ਵੀ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਨੂੰ ਵੀ ਅਕਾਲ ਪੁਰਖ ਵਾਹਿਗੁਰੂ ਨੇ ਆਪ ਹੁਕਮ ਕਰਕੇ ਮਾਤਲੋ ਦੀ ਧਰਤੀ ਦੇ ਉੱਪਰ ਭੇਜਿਆ ਸੀ। ਸੁਣੀ ਪੁਕਾਰ ਦਾਤਾਰ ਪ੍ਰਭ, ਗੁਰੂ ਨਾਨਕ ਜਗ ਮਾਹੇ ਪਠਾਇਆ, ਚਰਨ ਤੋਏ ਰਹਿ ਰਸ, ਕਰ ਚਰਨ ਅੰਮ੍ਰਿਤ ਸਿੱਖਾ ਪੀ ਲਾਇਆ। ਗੁਰੂ ਬਾਬਾ ਜੀ ਨੇ ਵੀ ਆਪ ਹੀ ਆਪ ਨਾ ਰਹਿਣ, ਕਲਾਤਾਰ ਜਗ ਮੈਂ ਪਰਵਰਿਓ, ਨਿਰੰਕਾਰ ਕਾਰ, ਜੋਤ ਜਗ ਮੰਡਲ ਕਰਿਓ। ਕਿਤਨੇ ਪ੍ਰਮਾਨ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਵੀ ਆਪਣੀਆਂ 12 ਦੇ ਵਿੱਚ ਉਚਾਰਨ ਕੀਤੇ ਹਨ। ਗੁਰੂ ਬਾਬਾ ਜੀ ਨੇ ਵੀ ਇੱਕ ਨਿਰਗੁਣ ਤੋਂ ਜੀਵਾਂ ਦੇ ਕਲਿਆਣ ਦੇ ਲਈ ਸਰਗੁਣ ਸਰੂਪ ਧਾਰਨ ਕੀਤਾ ਸੀ। ਜੋ ਤੋਹਾ ਜੁਗਤ ਸਾਇ ਸਹਿ ਕਾਇਆ ਪੈਰ ਪਲਟੀ ਹੈ। ਇਹ ਜਿਹੜੇ ਸਰੀਰ ਰੂਪੀ ਚੋਲੇ ਜਾਮੇ ਸਤਿਗੁਰੂ ਜੀ ਸਮੇਂ ਸਮੇਂ ਦੇ ਮੁਤਾਬਕ ਬਦਲਦੀ ਆਏ ਹਨ। ਉਹ ਤੋਂ ਬਾਅਦ ਫਿਰ ਦੂਸਰਾ ਜਿਹੜਾ ਸਰੂਪ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦਾ ਧਾਰਨ ਕੀਤਾ ਸੀ। ਇਸੇ ਤਰ੍ਹਾਂ ਹੁਣ 10ਵੇਂ ਸਰੂਪ ਦੇ ਵਿੱਚ ਵੀ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਨੇ ਜੋ ਪੰਥ ਦੀ ਸਿਰਜਣਾ ਕੀਤੀ ਹੈ, ਠਾੜ ਪਿਓ ਮੈਂ ਜੋਰ ਕਰ। ਇੱਥੇ ਵੀ ਕੋਈ ਮਹਾਰਾਜ ਨੇ ਦੇਵੀ ਦਾ ਜ਼ਿਕਰ ਤਾਂ ਕੀਤਾ ਨਹੀਂ। ਠਾੜ ਪਿਓ ਮੈਂ ਜੋਰ ਕਰ, ਬਚਨ ਕਾ ਸਿਰ ਨਿਆਏ, ਪੰਥ ਚਲੇ ਤਵ ਜਗਤ ਮੈਂ, ਜਬ ਤੁਮ ਕਰੋ ਸਹਾਏ। ਐ ਕਾਲ ਪੁਰਖ ਵਾਹਿਗੁਰੂ, ਜਦੋਂ ਤੂੰ ਮੇਰੇ ਉੱਪਰ ਕਿਰਪਾ ਕਰ ਦੇਂਗਾ, ਪੰਥ ਚਲੇ ਤਬ ਜਗਤ ਮੈਂ, ਜਬ ਤੁਮ ਕਰੋ ਸਹਾਏ। ਇਸ ਖਾਲਸਾ ਪੰਥ ਨੂੰ ਮਿਟਣ ਦੇ ਲਈ ਕਿਤਨੇ ਵੱਡੇ ਵੱਡੇ ਜ਼ਾਲਮ ਪਾਪੀ ਦੁਸ਼ਟ ਧਰਤੀ ਦੇ ਉੱਪਰ ਪੈਦਾ ਹੋਏ ਹਨ, ਪਰ ਕਿਸੇ ਦਾ ਕੋਈ ਜ਼ੋਰ ਨਹੀਂ ਚੱਲਿਆ। ਉਹ ਸਿੱਖ ਪੰਥ ਨੂੰ ਨਾਸ ਕਰਦਿਆਂ ਕਰਦਿਆਂ ਉਹਨਾਂ ਨੇ ਆਪਣੀਆਂ ਹੀ ਜੜ੍ਹਾਂ ਪੁੱਟ ਲਈਆਂ ਸਨ। ਜਿਹੜੇ ਹੋਰ ਕਈ ਮਹਾਂਪੁਰਖਾਂ ਦੇ ਜਾਂ ਫਿਰ ਰਿਸ਼ੀਆਂ ਮੁਨੀਆਂ ਦੇ ਚਲਾਏ ਹੋਏ ਪੰਥ, ਉਹਨਾਂ ਦੇ ਤਾਂ ਨਾਮੋ ਨਿਸ਼ਾਨ ਭਾਰਤ ਵਰ ਦੇ ਵਿੱਚੋਂ ਕਾਫੀ ਮਿਟ ਚੁੱਕੇ ਹਨ। ਪਰ ਜਿਹਨੇ ਖਾਲਸਾ ਪੰਥ ਨੂੰ ਨਾਸ ਕਰਨ ਵਾਸਤੇ ਕੋਈ ਵੀ ਕਦਮ ਉਠਾਇਆ, ਉਹਨੇ ਆਪਣੇ ਆਪ ਦੀਆਂ ਹੀ ਜੜ੍ਹਾਂ ਪੁੱਟ ਲਈਆਂ ਸਨ। ਦੋਹਰਾ ਰਾਮ ਕੋਇਰ ਲਿਖਵਾਵਈ, ਸਤਿਗੁਰ ਕੋ ਇਤਿਹਾਸ। ਉਹ ਇਸ ਹਕੀਕਤ ਨੂੰ ਭਾਈ ਸਾਹਿਬ ਜੀ ਨੇ ਥਾਂ ਥਾਂ 'ਤੇ ਪ੍ਰਗਟ ਕੀਤਾ ਹੈ। ਜੋ ਵੀ ਇਹ ਪੁਰਾਣਕ ਇਤਿਹਾਸ ਥੋੜ੍ਹਾ ਜਿਹਾ ਕਵੀ ਜੀ ਨੇ ਬ੍ਰਹਮਣੀ ਬਾਦ ਦੇ ਪ੍ਰਭਾਵ ਹੇਠਾਂ ਕਰਕੇ ਜ਼ਰੂਰ ਇਹੋ ਜਿਹੀਆਂ ਜਿਹੜੀਆਂ ਕਈ ਥਾਂ 'ਤੇ ਉਦਾਹਰਨਾਂ, ਕਈ ਥਾਂ 'ਤੇ ਕਥਾਵਾਂ ਲਿਖੀਆਂ ਹੋਈਆਂ ਹਨ। ਪਰ ਜਿਹੜੇ ਨੇ ਪ੍ਰੇਮੀ ਸਤਿਗੁਰੂ ਜੀ ਦੇ ਬਚਨਾਂ ਨੂੰ ਪੜ੍ਹਨ ਵਾਲੇ, ਸੁਣਨ ਵਾਲੇ, ਵਿਚਾਰ ਕਰਨ ਵਾਲੇ, ਉਹ ਫਿਰ ਇੱਕੋ ਬਚਨ ਸੁਣ ਕਰਕੇ ਆਪਣੇ ਮਨ ਦੇ ਜਿਹੜੇ ਸ਼ੰਕੇ ਦੂਰ ਕਰ ਲੈਂਦੇ ਹਨ। ਸੋ ਭਾਈ ਰਾਮ ਕੋਇਰ ਜੀ ਬਾਬਾ ਬੁੱਢਾ ਜੀ ਦੀ ਬਾਂਹ ਦੇ ਵਿੱਚੋਂ ਜੋ
ਪੂਰਨ ਬ੍ਰਹਮ ਗਿਆਨੀ ਹੋਏ ਹਨ। ਰਾਮ ਕੋਇਰ ਲਖਵਾਵਈ। ਉਸ ਸਮੇਂ ਭਾਈ ਰਾਮ ਕੋਇਰ ਜੀ, ਇਹ ਜਿਹੜੀ ਸਾਰੀ ਕਥਾ ਦਸਾਂ ਸਤਿਗੁਰਾਂ ਦੀ ਖਾਲਸੇ ਦੇ ਪਾਸ ਸੁਣਾਉਂਦਿਆਂ ਹੋਇਆਂ ਬੇਨਤੀ ਕਰਦੇ ਹਨ। ਕਹਿ ਲਿਖਾਰੀ ਲਿਖੋ ਅਬ ਗੁਰ ਕੇ ਵਾਕ ਪ੍ਰਕਾਸ਼। ਲੈ ਖਾਰੀ ਨੂੰ ਆਗਿਆ ਕੀਤੀ ਤੇ ਅੱਗੇ ਹੁਣ ਸਤਿਗੁਰਾਂ ਦੇ ਬਚਨ ਲਿਖਣੇ ਹਨ। ਨਿਸ਼ਾਨੀ ਛੰਦ ਸ੍ਰੀ ਗੁਰਮੁਖਤੀ ਸੁਣਿਓ ਜਿਮ ਸੋ ਮੈਂ ਲਿਖਵਾਵੋ। ਭਾਈ ਗੁਰਬਖਸ਼ ਸਿੰਘ ਕਹਿਣ ਲੱਗੇ ਵੀ ਜਿਵੇਂ ਜਿਵੇਂ ਮੈਂ ਇਤਿਹਾਸ ਕੰਨਾਂ ਦੇ ਨਾਲ ਸੁਣਿਆ ਉਸੇ ਤਰ੍ਹਾਂ ਕੇ ਜ਼ੁਬਾਨ ਤੋਂ ਉਚਾਰਨ ਕਰਕੇ ਤੁਹਾਡੇ ਪਾਸ ਲਿਖਵਾ ਰਿਹਾ ਹਾਂ। ਅਕਥ ਕਹਾਣੀ ਗੁਰੂ ਕੀ ਕੁਛ ਭੇਦ ਨਾ ਪਾਵੋ। ਸਤਿਗੁਰੂ ਜੀ ਦੀ ਜਿਹੜੀ ਅਕਥ ਕਹਾਣੀ ਪ੍ਰੇਮ ਦੀ ਹੈ ਨਾ, ਇਹਦਾ ਕੋਈ ਭੇਦ ਨਹੀਂ ਪਾਇਆ ਜਾ ਸਕਦਾ ਹੈ। ਇਹ ਸਭ ਕਥਾ ਸੁਣਾਈ ਕਰ ਉਠ ਸਤਿਗੁਰ ਚਾਲੀ। ਜਦੋਂ ਸਤਿਗੁਰੂ ਜੀ ਨੇ ਬੜੇ ਜਿਹੜੇ ਡੂੰਘਾਈ ਵਾਲੇ ਬਚਨ ਸੰਗਤਾਂ ਦੇ ਵਿੱਚ ਸੁਣਾ ਕੇ ਫਿਰ ਆਪਣੀ ਮੌਤ ਦੇ ਵਿੱਚ ਸਤਿਗੁਰੂ ਜੀ ਮਹਿਲਾਂ ਦੇ ਵੱਲ ਚਲੇ ਗਏ ਸਨ। ਮੰਦਰ ਉੱਚੇ ਪਰ ਚੜੀ ਮੈਂ ਪਿੱਛੇ ਨਾਲੀ। ਸਤਿਗੁਰੂ ਸੱਚੇ ਪਾਤਸ਼ਾਹ ਉਸ ਸਮੇਂ ਬਹੁਤ ਵੱਡੇ ਉੱਚੇ ਮੰਦਰਾਂ ਦੇ ਉੱਪਰ ਜਦੋਂ ਚੜ੍ਹੇ, ਭਾਈ ਰਾਮ ਕੋਇਰ ਜੀ ਕਹਿੰਦੇ ਵੀ ਮੈਂ ਵੀ ਸਤਿਗੁਰੂ ਜੀ ਦੇ ਪਿੱਛੇ ਪਿੱਛੇ ਹੀ ਜਾ ਰਿਹਾ ਸੀ। ਫਿਰ ਹਵੈ ਕਰ ਤਲ ਰੁਚਰ ਪਰ ਕਰ ਖੁਸ਼ੀ ਵਿਸਾਲਾ। ਜਦੋਂ ਸਤਿਗੁਰੂ ਜੀ ਬਹੁਤ ਸੁੰਦਰ ਜਗ੍ਹਾ ਤੇ ਬੈਠੇ, ਉਸ ਸਮੇਂ ਮੇਰੇ ਉੱਪਰ ਵੀ ਬੜੀਆਂ ਖੁਸ਼ੀਆਂ ਕਰ ਦਿੱਤੀਆਂ ਸਨ। ਕਹਿ ਬੁੱਢਿਆ ਬੁੱਢਾ ਹੋਵੀ ਬੈ ਰਹਿ ਚਿਰਕਾਲਾ। ਉਸ ਵਕਤ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਕਹਿਣ ਲੱਗੇ ਭਾਈ ਰਾਮ ਕੌਰ ਜੀ ਨੂੰ, ਜੋ ਹੈ ਬਾਬਾ ਬੁੱਢਾ ਜੀ ਦੀ ਬੰਸ, ਇਹਨਾਂ ਦਾ ਤਾਂ ਸਤਿਗੁਰੂ ਜੀ ਪਹਿਲਾਂ ਤੋਂ ਹੀ ਬੜਾ ਮਾਨ ਸਤਿਕਾਰ ਕਰਦੇ ਆਏ ਹਨ। ਦੁਬਾਰਾ ਪੜ੍ਹ। ਕਹਿ ਬੁੱਢਿਆ ਬੁੱਢਾ ਹੋਵੀ ਬੈ ਰਹਿ ਚਿਰਕਾਲਾ। ਸਤਿਗੁਰੂ ਜੀ ਕਹਿਣ ਲੱਗੇ ਐ ਭਾਈ ਰਾਮ ਕੌਰ ਜੀ, ਤੇਰੀ ਤਾਂ ਬਹੁਤ ਵੱਡੀ ਉਮਰ ਹੋਣੀ ਹੈ। ਸਤਿਗੁਰੂ ਜੀ ਦੇ ਸੱਚਖੰਡ ਜਾਣ ਤੋਂ ਬਾਅਦ ਭਾਈ ਰਾਮ ਕੌਰ ਜੀ 53 ਸਾਲ ਜਿਉਂਦੇ ਰਹੇ ਸਨ। 6 ਸਾਲ ਉਮਰ ਛੋਟੀ ਸੀ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਦੇ ਨਾਲੋਂ ਭਾਈ ਰਾਮ ਕੌਰ ਜੀ ਦੀ, ਪਰ ਫਿਰ ਵੀ ਮਹਾਰਾਜ ਕਹਿਣ ਲੱਗੇ ਵੀ ਤੈਂ ਸਾਥੋਂ ਬਾਅਦ ਵੀ ਬੜਾ ਲੰਮਾ ਮਾਤਲੋ ਦੀ ਧਰਤੀ ਦੇ ਉੱਪਰ ਰਹਿ ਕਰਕੇ ਬਤੀਤ ਕਰਨਾ ਹੈ। ਤੇਰੋ ਘਰ ਜਬ ਪਾਰ ਹਵੈ ਹਮਰੋ ਸੋ ਉਡਾਰਾ। ਤੇਰਾ ਘਰ ਜਬ ਪਾਰ ਹੋਵੇ, ਵੀ ਜਦੋਂ ਅਸੀਂ ਅਜੇ ਜਨਮ ਨਹੀਂ ਧਾਰਨ ਕੀਤਾ ਹੋਏਗਾ, ਤੇ ਉਸ ਟਾਈਮ ਤੇ ਤਾਂ ਫਿਰ ਦਸ਼ਮੇਸ਼ ਪਿਤਾ ਤਹੀਂ ਪ੍ਰਕਾਸ਼ ਹਮਾਰਾ ਭਇਓ ਪਟਨਾ ਸ਼ਹਿਰ ਵਿਖੇ ਪਵ ਲਿਓ। ਅਜੇ ਭਾਈ ਰਾਮ ਕੌਰ ਜੀ ਦੁਨੀਆ ਦੇ ਵਿੱਚ ਪੈਦਾ ਨਹੀਂ ਹੋਏ ਸਨ ਕਿ ਉਸ ਸਮੇਂ ਸਾਡਾ ਜਿਹੜਾ ਘਰ ਉਰਲੇ ਪਾਸੇ ਹੋਏਗਾ, ਭਾਵ ਸਤਿਗੁਰੂ ਜੀ ਨੇ ਉਸ ਸਮੇਂ ਪਟਨਾ ਸਾਹਿਬ ਦੀ ਪਾਵਨ ਧਰਤੀ ਤੇ ਜਨਮ ਧਾਰਨ ਕਰ ਲਿਆ ਸੀ ਵੀ ਤੇਰਾ ਘਰ ਪਾਰਲਾ ਪ੍ਰਲੋਕ ਤੇ ਅਸੀਂ ਉਰਲੇ ਪਾਸੇ ਆ ਮਾਤਲੋਕ ਦੀ ਧਰਤੀ ਤੇ ਅਵਤਾਰ ਧਾਰਨ ਕਰ ਲੈਣਾ ਹੈ। ਤੇਰੋ ਹੋਏ ਉਰਾਰ ਜਬ ਹਮਰੋ ਤਬ ਪਾਰਾ। ਪਰ ਜਦੋਂ ਅਸੀਂ ਸੱਚਖੰਡ ਚਲੇ ਜਾਵੇਂਗਾ, ਜਾਣਾ ਤੇ ਤੂੰ ਇੱਥੇ ਮਾਤਲੋਕ ਦੀ ਧਰਤੀ ਤੇ ਰਹਿਣਾ ਹੈ। ਦੂਜਾ ਅਰਥ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਇਹ ਵੀ ਕੀਤਾ ਵੀ ਜਦੋਂ ਅਸੀਂ ਹਜ਼ੂਰ ਸਾਹਿਬ ਦੀ ਪਾਵਨ ਧਰਤੀ ਦੇ ਵੱਲ ਚਲੇ ਗਏ ਤੇ ਤੁਸੀਂ ਇੱਥੇ ਆ ਸਤਲੁਜ ਉਰਲੇ ਪਾਸੇ ਧਰਮਦਾਸ ਕੇ ਨਗਰ ਦੇ ਵਿੱਚ ਰਹਿਣ ਲੱਗ ਜਾਣਾ ਹੈ। 3 ਬਾਰ ਇਮ ਬਾਕ ਕਰ ਅਬਲੋਕਿਓ ਨਾਥਾ। ਉਸ ਸਮੇਂ ਸਤਿਗੁਰੂ ਜੀ ਨੇ ਇਹ ਜਿਹੜੇ ਪ੍ਰਵਚਨ 3 ਵਾਰੀ ਆਪਣੀ ਰਸਨਾ ਤੋਂ ਉਚਾਰਨ ਕੀਤੇ ਸੀ ਵੀ ਜਦੋਂ ਅਸੀਂ ਪਰਲੋਕ ਦੇ ਵਿੱਚ ਹੋਣਾ ਤੇ ਤੂੰ ਇੱਥੇ
ਮਾਤਲੋ ਦੀ ਧਰਤੀ ਦੇ ਉੱਪਰ ਆ ਜਾਣਾ ਹੈ। ਤੇ ਜਦੋਂ ਅਸੀਂ ਸੱਚਖੰਡ ਨੂੰ ਚਲੇ ਗਏ ਤੇ ਤੇਰਾ ਜਿਹੜਾ ਸਰੀਰ ਆ ਦੁਨੀਆ ਦੇ ਵਿੱਚ ਰਹੇਗਾ। ਢਾਲ ਕਟਾਰੀ ਕਰਦ ਇੱਕ ਬਖਸ਼ੀ ਨਿਜ ਹੱਥਾ। ਉਹ ਸਮੇਂ ਮਹਾਰਾਜ ਨੇ ਭਾਈ ਰਾਮ ਕੌਰ ਜੀ ਨੂੰ ਕਠਾਲ ਤੇ ਇੱਕ ਬਹੁਤ ਵੱਡੀ ਜਿਹੜੀ ਉਹ ਕਰਦ ਬਖਸ਼ਾ ਦਿੱਤੀ ਹੈ। ਖਰ ਪਗ ਪੰਕਜ ਬੰਦਨਾ ਆਇਓ ਨਿਜ ਡੇਰੀ। ਉਹ ਸਮੇਂ ਮਹਾਰਾਜ ਨੇ ਇੱਕ ਬਹੁਤ ਵੱਡੀ ਕਟਾਰ ਤੇ ਢਾਲਾ ਦੋਵੇਂ ਚੀਜ਼ਾਂ ਭਾਈ ਰਾਮ ਕੌਰ ਜੀ ਨੂੰ ਬਖਸ਼ ਦਿੱਤੀਆਂ ਹਨ। ਖਰ ਪਗ ਪੰਕਜ ਬੰਦਨਾ ਆਇਓ ਨਿਜ ਡੇਰੀ। ਉਹ ਸਮੇਂ ਭਾਈ ਰਾਮ ਕੌਰ ਜੀ ਤਾਂ ਮਹਾਰਾਜ ਦੇ ਚਰਨਾਂ ਤੇ ਨਮਸਕਾਰ ਕਰਕੇ ਆਪਣੇ ਡੇਰੇ ਨੂੰ ਵਾਪਸ ਆ ਗਏ ਸਨ। ਸੁਪਤ ਬਿਤਾਈ ਜਾਮਨੀ ਪੁਨ ਉਠਾ ਸਵੇਰੀ। ਭਾਈ ਰਾਮ ਕੌਰ ਜੀ ਇਹ ਕਥਾ ਸੁਣਾਉਂਦਿਆਂ ਹੋਇਆਂ ਖਾਲਸੇ ਦੇ ਅੱਗੇ ਬੇਨਤੀ ਕਰਦੇ ਨੇ ਵੀ ਜਦੋਂ ਮੈਂ ਅੰਮ੍ਰਿਤ ਵੇਲੇ ਅਗਲੇ ਦਿਨ ਜਾਗਿਆ ਸੀ, ਸੋਚ ਇਸ਼ਨਾਨ ਹੈ ਠਾਨ ਕੈ ਮੈਂ ਦਰਸ਼ਨ ਹਿਤਾ। ਪਹਿਲਾਂ ਸੋਚਾਚਾਰ ਕੀਤੀ ਤੇ ਜਦੋਂ ਥੋੜਾ ਜਿਹਾ ਦਿਨ ਚੜ੍ਹਿਆ ਹੋਇਆ ਦੇਖਿਆ ਤੇ ਉਸ ਸਮੇਂ ਮੈਂ ਵੀ ਫਿਰ ਸਤਿਗੁਰੂ ਜੀ ਦੇ ਦਰਸ਼ਨਾਂ ਦੀ ਤਿਆਰੀ ਕਰ ਲਈ ਆ ਵੀ ਜਾ ਕਰਕੇ ਮਹਾਰਾਜ ਦੇ ਦੀਦਾਰੇ ਕਰਨੇ ਹਨ। ਗਇਓ ਜਬ ਹੈ ਦੇਖੇ ਨਹੀਂ ਤਹ ਕਿਰਪਾ ਨਿਕੀਤਾ। ਪਰ ਜਦੋਂ ਸੁੰਦਰ ਮਹਿਲਾਂ ਦੇ ਵਿੱਚ ਨਿਗਾਹ ਮਾਰੀ ਤੇ ਉੱਥੇ ਕਿਰਪਾ ਦੇ ਸਾਗਰ ਦੇ ਮੈਨੂੰ ਦਰਸ਼ਨ ਨਹੀਂ ਹੋਏ ਸਨ। ਸੁਨਿਓ ਗਏ ਸਰਤਾ ਨਿਕਟ ਮੈਂ ਤਿਤਹ ਪਿਆਨਾ। ਗੁਰ ਸਿੱਖਾਂ ਦੇ ਪਾਸੋਂ ਪਤਾ ਲੱਗਿਆ ਵੀ ਇਸ ਵਕਤ ਸਤਿਗੁਰੂ ਜੀ ਸਤਲੁਜ ਦਰਿਆ ਦੇ ਵੱਲ ਚਲੇ ਗਏ ਨੇ। ਦੌਰੇ ਆਬਤ ਸਿੱਖ ਤਹਾਂ ਤਿੰਨ ਸੰਗ ਬਖਾਨਾ। ਪਰ ਉਸ ਵਕਤ ਬਹੁਤ ਸਾਰੇ ਜਿਹੜੇ ਪ੍ਰੇਮੀ ਸੇਵਕ ਦਾਸ ਮਹਾਰਾਜ ਦੇ ਵੱਲੋਂ ਬੜੀ ਤੇਜ਼ੀ ਦੇ ਨਾਲ ਦੌੜੇ ਆ ਰਹੇ ਸੀ। ਕਿਤ ਸਤਿਗੁਰ ਇਸ ਸਮੇਂ ਮੈਂ ਤੁਮ ਕਿਉਂ ਅਸਤਾਈ। ਭਾਈ ਰਾਮ ਕੌਰ ਜੀ ਉਹਨਾਂ ਨੂੰ ਪੁੱਛਣ ਲੱਗੇ ਵੀ ਤੁਸੀਂ ਇਤਨਾ ਸਾਹ ਕਾਹਦੇ ਵਾਸਤੇ ਚੜਾਇਆ ਹੈ? ਇਸ ਵਕਤ ਸਤਿਗੁਰੂ ਜੀ ਕਿਸ ਥਾਂ ਤੇ ਬੈਠੇ ਹਨ? ਕਿਸ ਕਾਰਜ ਕੇ ਹੀਤ ਕਰ ਈਤਕ ਉਤਲਾਈ। ਆ ਇਤਨੀ ਤੇਜ਼ੀ ਇਤਨਾ ਕਾਲਾਪਣ ਤੁਸੀਂ ਕਿਹੜੇ ਕਾਰਜ ਵਾਸਤੇ ਧਾਰਨ ਕੀਤਾ ਹੋਇਆ ਹੈ? ਕਹਿਓ ਸਬਨ ਪ੍ਰਭ ਆਜ ਇਤ ਕੁਛ ਫਿਰਿਓ ਸੁਬਾਹੂ। ਜਿਹੜੇ ਪ੍ਰੇਮੀ ਮਹਾਰਾਜ ਦੇ ਪਾਸੋਂ ਚੱਲ ਕੇ ਆਏ ਉਹ ਕਹਿਣ ਲੱਗੇ ਭਾਈ ਰਾਮ ਕੌਰ ਜੀ ਨੂੰ ਵੀ ਅੱਜ ਤਾਂ ਦਸ਼ਮੇਸ਼ ਪਿਤਾ ਨੇ ਆਪਣਾ ਜਿਹੜਾ ਸੁਭਾਅ ਹੀ ਬਦਲਿਆ ਹੋਇਆ ਹੈ। ਈਟ ਢੀਮ ਪਾਹਨ ਹਤ ਹੈ ਨਹਿ ਕਰਤ ਬਚਾਊ। ਜਿਵੇਂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਵੀ ਇੱਕ ਸਵਾਨੀ ਦੋਏ ਸਵਾਨੀ ਨਾਲ ਸਤਿਗੁਰੂ ਜੀ ਨੇ ਵੀ ਉਸ ਸਮੇਂ ਬੜਾ ਜਿਹੜਾ ਤਾਨਕ ਰੂਪ ਧਾਰਨ ਕੀਤਾ ਸੀ। ਇਸੇ ਤਰ੍ਹਾਂ ਇਹ ਪ੍ਰੇਮੀ ਗੁਰਸਿੱਖ ਕਹਿਣ ਲੱਗੇ ਵੀ ਜਿਹੜਾ ਵੀ ਦਸ਼ਮੇਸ਼ ਪਿਤਾ ਦੇ ਨੇੜੇ ਜਾਂਦਾ ਸਤਿਗੁਰੂ ਜੀ ਇੱਟਾਂ ਵੀ ਵੱਡੇ ਵੱਡੇ ਰੋੜੇ ਢੀਮਾਂ ਚੋ ਕਰਕੇ ਸੰਗਤਾਂ ਦੇ ਮਾਰਨ ਲੱਗ ਜਾਂਦੇ ਹਨ। ਸੁਣ ਤੋ ਤਾਇਲ ਮੈਂ ਗਇਓ ਗੁਰ ਦਰਸ਼ਨ ਕੀਨੇ। ਸੁਣ ਕਰਕੇ ਭਾਈ ਰਾਮ ਕੌਰ ਜੀ ਵੀ ਉਸ ਸਮੇਂ ਸਤਿਗੁਰੂ ਜੀ ਦੇ ਪਾਸ ਪਹੁੰਚ ਗਏ ਸਨ। ਚਮਰਦਾਰ ਇੱਕ ਸਿੱਖ ਨਿਕਟ ਤਟ ਨਦੀ ਅਸੀਨੇ। ਦਸ਼ਮੇਸ਼ ਪਿਤਾ ਦੇ ਚਰਨਾਂ 'ਚ ਇੱਕੋ ਇੱਕ ਜਿਹੜਾ ਚੌਰਦਾਰ ਪ੍ਰੇਮੀ ਬੈਠਾ ਹੈ। ਹੋਰ ਜਿਹੜੇ ਪ੍ਰੇਮੀ ਇੱਟਾਂ ਤੋਂ ਰੋੜਿਆਂ ਤੋਂ ਡਰਦਿਆਂ ਸਾਰੇ ਮਹਾਰਾਜ ਦੇ ਪਾਸੋਂ ਦੂਰ ਚਲੇ ਗਏ ਸਨ। ਅਪਰ ਨਿਕਟ ਕੋ ਨਹਿ ਰਹਿਓ ਪਿਖ ਮਾਰ ਪਲਾਈ। ਜਿਵੇਂ ਜਿਵੇਂ ਮਹਾਰਾਜ ਨੇ ਵੱਡੀਆਂ ਵੱਡੀਆਂ ਢੀਮਾਂ ਰੋੜੇ ਕੰਕਰ ਮਾਰੇ ਕੋਈ ਵੀ ਡਰਦਾ ਹੋਇਆ ਸਤਿਗੁਰੂ ਜੀ ਦੇ ਨੇੜੇ ਨਹੀਂ ਖੜਿਆ ਸੀ। ਜਾਏ ਕਰੀ ਮੈਂ ਬੰਦਨਾ ਪਦ ਸੀਸ ਨਿਵਾਈ। ਭਾਈ ਰਾਮ ਕੌਰ ਜੀ ਬੇਨਤੀ ਕਰਦੇ ਨੇ ਵੀ ਜਦੋਂ ਮੈਂ ਸਤਿਗੁਰੂ ਜੀ ਦੇ ਚਰਨਾਂ ਤੇ ਜਾ ਕੇ ਮੱਥਾ ਟੇਕਿਆ ਸੀ ਸੰਗਤ ਸਿੱਖ ਸਮੀਪ ਨਹਿ ਮੁਖ ਬਾਕ ਉਚਾਰਾ। ਦੇਖਿਆ ਵੀ ਸਤਿਗੁਰੂ ਜੀ ਦਾ ਚਰਨਾਂ 'ਚ ਅੱਗੇ ਤਾਂ ਸੰਗਤਾਂ ਦੀ ਪ੍ਰੇਮੀਆਂ ਦੀ ਉਹ ਗੁਰੂ ਕੇ ਪਿਆਰਿਆਂ ਦੀ ਕਿਤਨੀ ਭੀੜ ਲੱਗੀ ਰਹਿੰਦੀ ਸੀ। ਤੇ ਅੱਜ ਇੱਕੋ ਇੱਕ ਚੌਰਦਾਰ ਗੁਰਸਿੱਖ
ਸੇਵਕ ਦਾਸ ਮਹਾਰਾਜ ਦੇ ਚਰਨਾਂ ਦੇ ਵਿੱਚ ਬੈਠਾ ਹੈ। ਨਾ ਸੋਇਆ ਨਾ ਜਾਗਿਆ ਨਾ ਕਰੀ ਪੁਕਾਰਾ। ਇਹ ਸੁਣ ਕਰਕੇ ਉਸ ਸਮੇਂ ਮਹਾਰਾਜ ਨੇ ਬਚਨ ਕੀਤੇ, ਨਾ ਸੋਇਆ ਨਾ ਜਾਗਿਆ ਨਾ ਕਰੀ ਪੁਕਾਰਾ, ਵੀ ਨਾ ਤਾਂ ਚੰਗੀ ਤਰ੍ਹਾਂ ਕੋਈ ਪੁਕਾਰ ਕੀਤੀ। ਮਨ ਮਾਇਆ ਸੋਇਆ ਬਿਸਮਾਦ, ਇਸ ਮਾਇਆ ਦੇ ਵਿੱਚ ਸੁੱਤੇ ਹੋਏ ਮਨ ਨੂੰ ਜਗਾਉਣ ਵਾਸਤੇ ਕੋਈ ਵੀ ਆਪਣੇ ਵੱਲੋਂ ਉਪਰਾਲਾ ਯਤਨ ਉਦਮ ਪ੍ਰਚਾਰਤ ਨਹੀਂ ਕੀਤਾ ਹੈ। ਇਸੀ ਤੌਰ ਮਹਿ ਦਿਨ ਸਕਲ ਜਬ ਦਿਓ ਬਤਾਈ। ਜਦੋਂ ਸਤਿਗੁਰੂ ਜੀ ਨੇ ਇਸ ਖਿਆਲਾਂ 'ਚ ਆਪਣਾ ਸਾਰਾ ਹੀ ਦਿਨ ਉੱਥੇ ਸਤਲੁਜ ਦਰਿਆ ਦੇ ਕਿਨਾਰੇ ਤੇ ਬੈਠ ਕਰਕੇ ਬਤੀਤ ਕਰ ਦਿੱਤਾ ਸੀ। ਦਿਨ ਕਰ ਪਹੁੰਚਿਓ ਬਰਨ ਦਿਸ਼ਾ ਸੰਧਿਆ ਤੁਮ ਛਾਈ। ਜਦੋਂ ਭਾਈ ਰਾਮ ਕੌਰ ਜੀ ਨੇ ਦੇਖਿਆ ਵੀ ਹੁਣ ਤਾਂ ਸੂਰਜ ਵੀ ਡੁੱਬ ਚੁੱਕਿਆ ਹੈ। ਇਕ ਨੁਸ਼ਾ ਸੁਨਾਕ ਸਿੰਘ ਭੈ ਬਿਨਾ ਟਿਗ ਰਹਿਓ ਤਿਰੈ ਕੈ। ਇੱਕੋ ਇੱਕ ਸੁਨਾਖ ਨਾਮ ਦਾ ਪ੍ਰੇਮੀ ਬਿਨਾਂ ਡਰ ਤੋਂ ਇਹ ਸਤਿਗੁਰੂ ਜੀ ਦੇ ਪਾਸ ਉਸੇ ਤਰ੍ਹਾਂ ਬੈਠਾ ਸੀ। ਹੁਤੋ ਸਿਰੰਦੀ ਧੀਰ ਉਰ ਨਹਿ ਗਇਓ ਭਲੈ ਕੈ। ਇਹ ਗੁਰਸਿੱਖ ਸਰੰਦ ਦੇ ਰਹਿਣ ਵਾਲਾ, ਮਨ ਦੇ ਵਿੱਚ ਇਹਨੇ ਬੜਾ ਧੀਰਜ ਧਾਰਨ ਕੀਤਾ ਹੋਇਆ ਸੀ ਵੀ ਕੋਈ ਗੱਲ ਨਹੀਂ, ਜੇ ਮਹਾਰਾਜ ਨੇ ਵੱਡੀਆਂ ਵੱਡੀਆਂ ਢੀਮਾਂ ਵੱਡੇ ਵੱਡੇ ਰੋੜੇ ਪੱਥਰ ਮਾਰ ਵੀ ਦਿੱਤੇ, ਇਹਦੇ ਨਾਲ ਤਾਂ ਮੇਰੇ ਪਤਾ ਨਹੀਂ ਕਿਤਨੇ ਪਾਪ ਸਤਿਗੁਰੂ ਜੀ ਨੇ ਨਾਸ ਕਰ ਦੇਣੇ ਹਨ। ਇੱਕੋ ਇੱਕ ਜਿਹੜਾ ਸਰੰਦ ਦੇ ਰਹਿਣ ਵਾਲਾ ਗੁਰਮੁਖ ਮਨ ਦੇ ਵਿੱਚ ਬੜਾ ਧੀਰਜ ਹੌਸਲਾ ਧਾਰਨ ਕਰਕੇ ਸਤਿਗੁਰੂ ਜੀ ਦੇ ਚਰਨਾਂ 'ਚ ਬੈਠਾ ਸੀ। ਸੰਭਲ ਬੋਲੇ ਹੋਸ਼ ਧਰ ਜਿਮ ਪ੍ਰਥਮ ਸੁਭਾਉ। ਉਸ ਸਮੇਂ ਸਤਿਗੁਰੂ ਜੀ ਨੇ ਆਪਣਾ ਜਿਹੜਾ ਪਹਿਲਾਂ ਵਾਲਾ ਹੀ ਕੋਮਲ ਔਰ ਮਿੱਠਾ ਸੁਭਾਅ ਧਾਰਨ ਕਰ ਲਿਆ ਸੀ। ਚਮਰਦਾਰ ਤਿਤ ਚੀਨ ਕੈ ਬੋਜਨ ਚਿਤ ਚਾਉ। ਉਸ ਸਮੇਂ ਜਿਹੜਾ ਚਾਰ ਵਾਰ ਗੁਰਸਿੱਖ ਉਹਨੂੰ ਦੇ ਕਰਕੇ ਪਾਈ ਰਾਮ ਕੌਰ ਜੀ ਕੁਝ ਪੁੱਛਣਾ ਵੀ ਚਾਹੁੰਦੇ ਸਨ। ਤਜ ਗਿਣਤੀ ਬੇਨਤੀ ਕਰੀ ਪ੍ਰਭ ਬਚਨ ਸੁਨਾਵੋ। ਉਸ ਸਮੇਂ ਸਾਰੀਆਂ ਵਿਚਾਰਾਂ ਛੱਡ ਕੇ ਭਾਈ ਰਾਮ ਕੌਰ ਜੀ ਨੇ ਜਦੋਂ ਮਹਾਰਾਜ ਦੇ ਬਚਨ ਸੁਣਨ ਦੇ ਲਈ ਅਰਜ਼ੋਈ ਕੀਤੀ ਸੀ। ਇਹ ਭਾਣਾ ਕਿਸ ਰੀਤ ਕਰ ਦਾਸਨ ਬਤਲਾਵੋ। ਸੱਚੇ ਪਾਤਸ਼ਾਹ ਵੀ ਆਪ ਨੇ ਕਿਹੋ ਜਿਹਾ ਖੇਲ ਕਿਹੋ ਜੀ ਲੀਲਾ ਵਰਤਾਤੀ। ਔਰ ਡਰਦਿਆਂ ਹੋਇਆਂ ਜਿਹੜੇ ਪ੍ਰੇਮੀ ਗੁਰਸਿੱਖ ਆਪ ਦੇ ਪਾਸ ਕੋਈ ਵੀ ਬੈਠਾ ਨਹੀਂ, ਕੋਈ ਕਾ ਸਰਹੰਦ ਰਹਿਣ ਵਾਲਾ ਗੁਰਸਿੱਖ ਰਹਿ ਗਿਆ। ਹੁਣ ਜਿਸ ਪ੍ਰਕਾਰ ਭਾਈ ਰਾਮ ਕੌਰ ਜੀ ਦੇ ਨਾਲ ਸਤਿਗੁਰੂ ਜੀ ਨੇ ਬਹੁਤ ਸਾਰੇ ਅਗੰਮੀ ਬਚਨ ਆਪਣੀ ਰਸਨਾ ਤੋਂ ਕਰਨੇ ਹਨ, ਉਸ ਪ੍ਰਸੰਗ ਦੀ ਵਿਚਾਰ ਅੱਗੇ ਕੀਤੀ ਜਾਏਗੀ। ਇਉਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਗੁਰਤਾ ਗੱਦੀ 'ਤੇ ਵਿਰਾਜਮਾਨ ਹੋ ਕਰਕੇ ਆਪਣੇ ਪਵਿੱਤਰ ਉਪਦੇਸ਼ ਅਤੇ ਦਰਸ਼ਨਾਂ ਦੁਆਰਾ ਵਡਭਾਗੇ ਗੁਰ ਸਿੱਖਾ ਤਾਈ ਨੇ ਹਾਲ ਕਰ ਰਹੇ ਨੇ। ਤਜ ਗਿਣਤੀ ਬੇਨਤੀ ਕਰੀ ਪ੍ਰਭ ਬਚਨ ਸੁਨਾਵੋ। ਇਹ ਭਾਣਾ ਕਿਸ ਰੀਤ ਕਰ ਦਾਸਨ ਬਤਲਾਵੋ। ਤਜ ਗਿਣਤੀ ਬੇਨਤੀ ਕਰੀ ਪ੍ਰਭ ਬਚਨ ਸੁਨਾਵੋ। ਇਹ ਭਾਣਾ ਕਿਸ ਰੀਤ ਕਰ ਦਾਸਨ ਬਤਲਾਵੋ। ਏ ਜੋਤਿ ਪਰ ਬ੍ਰਹਮ ਅਵਨਾਸੀ ਅਗਨਾਸ